ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਅਬ ਰਾਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸਫਾਰੇ ਕਰ ਆਜ ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਆਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਟ ਕੀ ਲਾਜ ਜਾਮ ਗੁਰੂ ਹੋਏ ਬਲ ਧਨੇ ਕਿਆ ਗਰਬ ਦੀਜੇ ਜਾਮ ਗੁਰੂ ਹੋਏ ਬਲ ਲਖ ਬਾਹੇ ਕਿਆ ਕੀਜੇ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵਲ ਸ਼ਬਦ ਸਾਖੀ ਸੋ ਸਚ ਹੈ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੇ ਜਨਮ ਮਰਨ ਦੁਹੂ ਤੇ ਰਹੈ ਹਮ ਅਵਗਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ ਤਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਇਕ ਅਰਦਾਸ ਪਾਟ ਕੀਰਤ ਕੀ ਆਸ ਰਾਖੋ ਸੋ ਕਹੋ ਅਹਨਿਸ ਸਹਿਜ ਸੁਆਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ ਤੁਦਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਸਿਰ ਸਾਹਾਂਦੈ ਜਿਸ ਪਾਸ ਬੈਠਿਆ ਸੋਹੀਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ
ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਚਖਣਾ ਝਾਖ। ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋਹਵੇ ਜੀਆ ਆਪਣਾ ਕੀਆ, ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਮੋਨ ਬੇਗੂਤਾ ਕਿਉ ਜਾਗੈ ਗੁਰ ਬਿਨ ਸੂਤਾ, ਪਗ ਉਪੇ ਤਾਣਾ ਆਪਣਾ ਕੀਆ ਕਮਾਣਾ, ਆਲਮ ਸਿਰ ਸ਼ਾਈ ਪਾਈ, ਮੂਰਖ ਅੰਧੈ ਪਤ ਗਵਾਈ, ਵਿਣ ਨਾਵੈ ਨ ਪਾਈ, ਰਹਿ ਬੇਬਾਣੀ ਮਸਾਣੀ, ਫਿਰ ਪਛਤਾਣੀ, ਸਤ ਸੋ ਹਰਿ ਕਾ ਨਾਮ, ਨਾਨਕ ਨਦਰ ਆਸ ਅੰਦੇਸੇ ਤੇ ਨੇਹ ਕੇਵਲ, ਹੋਮੈ ਸ਼ਬਦ ਜਲਾਏ ਪੌੜੀ, ਭਗਤ ਤੇਰੇ ਮਨ ਭਾਵ ਦੇ, ਦਰ ਸੋਹਨ ਕੀਰਤ ਗਾਵਦੇ, ਦਰ ਢੋ ਨ ਲਹਿਨੀ ਧਾਵ ਦੇ, ਇੱਕ ਆਪ ਗਣਾ ਦੇ, ਨੀਚ ਜਾਤ ਜਾਤ ਸਦਾਏ ਦੇ, ਤਿਨ ਮੰਗਾ ਨਾਨਕ ਕਰੇ ਮੰਜੀ। ਅੰਮ੍ਰਿਤ ਵੇਲੇ ਤੋਂ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੇ ਪਾਵਨ ਸਥਾਨ ਵਿਖੇ ਅੰਮ੍ਰਿਤ ਸਜੇ ਦੀਵਾਨਾਂ ਵਿੱਚ ਅੰਮ੍ਰਿਤਮਈ ਜੀ ਨੇ ਸਰਵਣ ਕੀਤਾ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਅੰਕ 467 ਤੋਂ ਪ੍ਰਾਰੰਭ ਹੁੰਦਾ ਹੈ।
ਤੇ 468 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਆਸਾ ਕੀ ਵਾਰ ਦੇ ਵਿੱਚ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਲਵੇ ਤੇ ਪੜ੍ਹ ਪੜ੍ਹ ਕੇ ਇਸ ਤਰ੍ਹਾਂ ਆਪਣੇ ਕੋਲ ਰੱਖਣਾ ਕਰੇ, ਵੱਡੇ ਵੱਡੇ ਢੇਰ ਲਾ ਲਵੇ। ਕਹਿੰਦੇ ਨੇ ਇਸ ਤਰ੍ਹਾਂ ਸਾਰਾ ਤੂੰ ਇਸ ਤਰ੍ਹਾਂ ਪੜ੍ਹਦਾ ਰਵੇ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਪੜ੍ਹ ਪੜ੍ਹ ਕੇ ਬੇੜੀਆਂ ਉੱਤੇ ਸਮੁੰਦਰ ਨੂੰ, ਦਰਿਆ ਨੂੰ ਪਾਰ ਕਰਨ ਵਾਸਤੇ ਮਾਨੋ ਬੇੜੀਆਂ ਜਿਹੜੀਆਂ ਨੇ ਤੂੰ ਇਹਨਾਂ ਗ੍ਰੰਥਾਂ ਨਾਲ ਭਰ ਲਵੇ, ਇਹਨਾਂ ਪੁਸਤਕਾਂ ਨਾਲ ਭਰ ਲਵੇ। ਕਹਿੰਦੇ ਇਸ ਤਰ੍ਹਾਂ ਜਿਹੜੇ ਖਾਤੇ ਨੇ, ਖਾਤਿਆਂ ਨੂੰ ਪੜ੍ਹ ਪੜ੍ਹ ਕੇ ਪੂਰ ਲਵੇ। ਐਨੇ ਤੂੰ ਗ੍ਰੰਥ ਪੜ੍ਹ ਲਵੇ। ਪਰ ਗੁਰੂ ਪਾਤਸ਼ਾਹ ਕਹਿੰਦੇ ਜੇਕਰ ਭਾਈ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ ਨਾ, ਨਾਮ ਤੋਂ ਬਿਨਾਂ ਤੇਰਾ ਪੜ੍ਹਿਆ ਹੋਇਆ ਕਿਸੇ ਕੰਮ ਨਹੀਂ ਆਣਾ। ਕਿਉਂਕਿ ਵਿੱਦਿਆ ਜਿਹੜੀ ਹੈ ਪੜ੍ਹਨੀ ਜੀਵ ਲਈ ਜ਼ਰੂਰੀ ਹੈ। ਵਿੱਦਿਆ ਨੂੰ ਤੀਜਾ ਨੇਤਰ ਦੱਸਿਆ ਗਿਆ ਹੈ। ਵਿੱਦਿਆ ਜਿਹੜੀ ਹੈ ਪਰਉਪਕਾਰ ਹਿਤ ਪੜ੍ਹਨੀ ਹੈ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਆਪਾਂ ਗੁਰੂ ਪਾਤਸ਼ਾਹ ਦੇ ਸਮੇਂ ਦੀ ਗੱਲ ਕਰੀਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਵਿੱਦਿਆ ਪੜ੍ਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਗੋਪਾਲ ਨਾਮੇ ਪਾਂਧੇ ਕੋਲ ਜਾਂਦੇ ਨੇ। ਉੱਥੇ ਕੁਝ ਦਿਨ ਸਤਿਗੁਰੂ ਸਿੱਖਿਆ ਪ੍ਰਾਪਤ ਕਰਦੇ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਮੈਨੂੰ ਇਹੋ ਜਿਹੀ ਵਿੱਦਿਆ ਪੜ੍ਹਾਣੀ ਕਰ ਜਿਸ ਵਿੱਦਿਆ ਨੂੰ ਪੜ੍ਹਨ ਦੇ ਨਾਲ ਮੈਂ ਲੇਖੇ ਜੋਖੇ ਵਿੱਚ ਨਾ ਆਵਾਂ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਕਿ ਸਤਿਗੁਰੂ ਜੀ ਉਹ ਕਿਹੜੀ ਵਿੱਦਿਆ ਹੈ? ਪਾਂਧਾ ਪੁੱਛਦਾ ਹੈ। ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸ਼ਬਦ ਉਚਾਰਿਆ ਕਿ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਮਿਲੈ ਵਡਿਆਈਆਂ ਹੋਏ ਸੱਚਾ ਨੀਸਾਨ। ਇਹ ਸ਼ਬਦ ਉਚਾਰਨ ਕਰਕੇ ਗੋਪਾਲ ਪਾਂਧੇ ਨੂੰ ਗੁਰੂ ਸਬਾਰਿਓ ਉਪਦੇਸ਼ ਬਖਸ਼ਿਆ। ਫਿਰ ਸਤਿਗੁਰੂ ਜੀ ਨੇ ਪੱਟੀ ਉਚਾਰਨ ਕੀਤੀ, ਸੱਸਾ ਸੋਏ ਸਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਰੀਰੀ ਲੱਲੀ ਪਾਪ ਕਮਾਈ, ਪੜ੍ਹ ਔਗਣ ਗੁਣ ਵੀਸਰਿਆ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਪੱਟੀ ਸਰਲੇਖ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਅਤੇ ਸਤਿਗੁਰੂ ਜੀ ਨੇ ਇਹ ਉਚਾਰਨ ਕੀਤੀ। ਫਿਰ ਜੇ ਸਤਿਗੁਰੂ ਨੂੰ ਬ੍ਰਿਜਨਾਥ ਪੰਡਤ ਦੇ ਕੋਲ ਵਿੱਦਿਆ ਪੜ੍ਹਨ ਲਈ ਪਿਤਾ ਬਾਬਾ ਕਲਿਆਣ ਦਾਸ ਜੀ ਨੇ ਭੇਜਣਾ ਕੀਤਾ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਫਾਰਸੀ ਪੜ੍ਹਦੇ ਨੇ। ਅਤੇ ਸਤਿਗੁਰੂ ਕਹਿੰਦੇ ਨੇ ਜਕ ਅਰਜ ਗੁਪਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੁਏ ਅਜਰਾਇਲ ਗ੍ਰਸਤ ਹੈ ਦਿਲ ਹੇਚ ਨਾ ਦਾਨੀ, ਜਨ ਪਿਸਰ ਪਦਰ ਪਿਰਾਦਰਾ ਦਸ ਦੇਸ਼ ਦਸਤੰਗੀਰ, ਆਖਰ ਵਿਆਸਤੰ ਕਾਸਨਾ ਦਾਰਦ ਚੂੰ ਸਬਤ ਕਬੀਰ, ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਬਾਲ, ਬਦ ਬਖਤ ਹਮ ਚੋ ਬਖੀਲ ਗਾਫਲ, ਬੇ ਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਸ ਬ੍ਰਿਜ ਲਾਲ ਦੇ ਨਾਲ ਇਸ ਤਰ੍ਹਾਂ ਵਿਚਾਰ ਕੀਤੀ, ਉਹਨੂੰ ਪਾਵਨ ਉਪਦੇਸ਼ ਬਖਸ਼ਿਆ ਕਿ ਮੈਨੂੰ ਇਸ ਤਰ੍ਹਾਂ ਸਤਿਗੁਰੂ ਭਾਵ ਕਹਿਣ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿੱਦਿਆ ਪੜ੍ਹੀ। ਅਤੇ ਸਤਿਗੁਰੂ ਨੇ ਇਹ ਵੀ ਆਖ ਦਿੱਤਾ ਕਿ ਵਿੱਦਿਆ ਵਿਚਾਰੀ ਜਾਂ ਵਿੱਦਿਆ ਪੜ੍ਹਨੀ ਹਰ ਇੱਕ ਜੀਵ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ, ਪੜ੍ਹਿਆ ਲਿਖਿਆ ਹੋਣਾ ਚਾਹੀਦਾ ਮਨੁੱਖ। ਪਰ ਸਤਿਗੁਰੂ ਉਹਨਾਂ ਲੋਕਾਂ ਲਈ ਹੁਕਮ ਕਰਦੇ ਨੇ ਜਿਹੜੇ ਲੋਕ ਕੇਵਲ ਬਹੁਤਾ ਕੜ੍ਹਿਆ ਤੇਤਾ ਪੜ੍ਹਿਆ, ਜਿਹੜਾ ਪੜ੍ਹ ਪੜ੍ਹ ਕੇ ਕੜ੍ਹ ਗਿਆ ਹੈ, ਪੜ੍ਹ ਕੇ ਅਮਲ ਨਹੀਂ ਕੀਤਾ ਹੈ, ਉਹਨਾਂ ਦੇ ਬਾਬਤ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਦੱਸ ਰਹੇ ਨੇ। ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਕੇ ਉਹ ਧਰਮ ਪੁਸਤਕਾਂ ਪੜ੍ਹ ਕੇ ਵੱਡੇ ਵੱਡੇ ਗੱਡੇ ਲੱਦ ਲਏ,
ਪੜ੍ਹ ਪੜ੍ਹ ਭਰੀ ਹੈ ਸਾਥ, ਇਸ ਤਰ੍ਹਾਂ ਦੇ ਢੇਰਾਂ ਦੇ ਢੇਰ ਲਾਣਾ ਕੀਤੇ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਕਹਿੰਦੇ ਪੜ੍ਹ ਪੜ੍ਹ ਕੇ ਗ੍ਰੰਥ ਪੜ੍ਹ ਪੜ੍ਹ ਕੇ ਕਹਿੰਦੇ ਨੇ ਇਸ ਤਰ੍ਹਾਂ ਬੇੜੀਆਂ ਵਿੱਚ ਪਾ ਲਏ, ਬੇੜੀਆਂ ਭਰ ਲਈਆਂ, ਅਤੇ ਜਿਹੜੇ ਖਾਤੇ ਸਨ ਉਹ ਖਾਤੇ ਪੂਰਨਾ ਕੀਤੇ। ਇਸ ਤਰ੍ਹਾਂ ਕਹਿੰਦੇ ਵਿਦਿਆ ਪੜ੍ਹਦਾ ਰਿਹਾ। ਅਤੇ ਅਗਲੀ ਪੰਕਤੀ ਸਤਿਗੁਰੂ ਜੀ ਬਚਨ ਕਰਦੇ ਹਨ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ। ਕਹਿੰਦੇ ਪੜ੍ਹੀ ਹੈ ਜੇਤੇ ਬਰਸ ਬਰਸ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ, ਜਿੰਨੇ ਬਰਸ ਜਿੰਨੇ ਸਾਲ ਨੇ, ਹਰ ਸਾਲ ਹੀ ਕਹਿੰਦੇ ਪੜ੍ਹਦਾ ਰਵੇ। ਇੱਕ ਸਾਲ ਬਤੀਤ ਹੋਇਆ, 365 ਦਿਨ ਪੜ੍ਹਦਿਆਂ ਉਚਾਰਨ ਕਰ ਦਿੱਤੇ। ਫਿਰ ਗੁਰੂ ਅਗਲਾ ਸਾਲ ਸ਼ੁਰੂ ਹੋਇਆ, ਫਿਰ 365 ਦਿਨ ਇਸ ਤਰ੍ਹਾਂ ਪੜ੍ਹਦਿਆਂ ਗੁਜ਼ਾਰ ਦਿੱਤੇ। ਕਹਿੰਦੇ ਇਸ ਤਰ੍ਹਾਂ ਪੜ੍ਹਦਾ ਰਿਹਾ। ਜਿੰਨੇ ਮਾਸ ਮਹੀਨੇ ਆਉਂਦੇ ਨੇ, ਇਹ ਨਹੀਂ ਕਿ ਇੱਕ ਜਿੰਨੇ ਮਹੀਨੇ 12 ਮਹੀਨੇ 365 ਦਿਨ ਲਗਾਤਾਰ ਕਹਿੰਦੇ ਇਸ ਤਰ੍ਹਾਂ ਪੜ੍ਹਦਾ ਰਿਹਾ। ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ। ਕਹਿੰਦੇ ਜਿੰਨੀ ਆਰਜਾ ਪ੍ਰਾਪਤ ਹੋਈ ਹੈ ਸਾਰੀ ਉਮਰ, ਬਚਪਨ ਤੋਂ ਲੈ ਕੇ ਅੰਤ ਸਮੇਂ ਤੱਕ ਪੜ੍ਹਦਾ ਹੀ ਰਿਹਾ। ਜਿੰਨੇ ਹਰੇਕ ਸਾਹ ਦੇ ਰਾਹੀਂ ਕਹਿੰਦੇ ਇਸ ਤਰ੍ਹਾਂ ਪੜ੍ਹਦਾ ਰਿਹਾ। ਅਤੇ ਅੱਗੇ ਸਤਿਗੁਰੂ ਨੇ ਫਿਰ ਗੱਲ ਮੁਕਾਈ, ਕਹਿਣ ਲੱਗੇ, ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਖਣਾ ਝਾਕ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਲੇਖੇ ਵਿੱਚ ਭਾਈ ਇੱਕ ਗੱਲ ਪੈਣੀ ਹੈ, ਯਾਦ ਰੱਖੀ ਜੀਵ, ਜਿਹੜਾ ਪੜ੍ਹ ਪੜ੍ਹ ਕੇ ਧਾਰਮ ਗ੍ਰੰਥ ਪੜ੍ਹੇ, ਇਹਨਾਂ ਨੂੰ ਪੜ੍ਹ ਕੇ ਸਿੱਖਿਆ ਲੈਣੀ ਸੀ, ਪਰ ਹੋਇਆ ਕੀ ਹੈ, ਕਹਿੰਦੇ ਤੇਰੇ ਅੰਦਰ ਹੋਮੈ ਪੈਦਾ ਹੋ ਗਈ ਕਿ ਮੈਂ ਬੜਾ ਪੜ੍ਹਿਆ ਲਿਖਿਆ ਹਾਂ, ਮੇਰੀ ਬਰਾਬਰਤਾ ਕੋਈ ਨਹੀਂ ਹੈ। ਇਹ ਪਾਂਡੇ ਤੇਰੀ ਹਾਲਤ ਇਹੋ ਜਿਹੀ ਹੈ, ਤੈਨੂੰ ਆਪਣੀ ਵਿੱਦਿਆ ਦਾ ਮਾਣ ਹੈ, ਆਪਣੇ ਆਪ ਤਾਂ ਨਾਮ ਰਖਾਇਆ ਹੋਇਆ ਦਿਗ ਵਿਜੇ ਪੰਡਤ, ਕਿ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ। ਅਤੇ ਸਤਿਗੁਰੂ ਕਹਿਣ ਲੱਗੇ, ਬੇਸ਼ੱਕ ਧਾਰਮ ਗ੍ਰੰਥ ਪੜ੍ਹ ਪੜ੍ਹ ਕੇ ਦਲੀਲਾਂ ਦੇ ਦੇ ਕੇ ਤੂੰ ਦੁਨੀਆ ਦੇ ਲੋਕਾਂ ਉੱਤੇ, ਪੰਡਤਾਂ ਉੱਤੇ, ਵਿਦਵਾਨਾਂ ਉੱਤੇ ਰਾਜ ਕਰ ਸਕਦਾ ਹੈ, ਜਿੱਤ ਪ੍ਰਾਪਤ ਕਰ ਸਕਦਾ ਹੈ। ਪਰ ਸਤਿਗੁਰੂ ਕਹਿਣ ਲੱਗੇ, ਇਹ ਪੰਡਤ, ਇੱਕ ਪੰਡਤ ਇਹੋ ਜਿਹਾ ਜਿਹਦੇ ਉੱਤੇ ਤੂੰ ਰਾਜ ਨਹੀਂ, ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਅਤੇ ਗੁਰੂ ਪਾਤਸ਼ਾਹ ਜੀ ਉਹ ਕਿਹੜਾ ਪੰਡਤ ਹੈ? ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਉਹ ਮਨ ਰੂਪੀ ਪੰਡਤ, ਮਨ ਉੱਤੇ ਤੂੰ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਤੈਨੂੰ ਉਦੋਂ ਮੰਨਾਂਗੇ ਜਦੋਂ ਤੂੰ ਮਨ ਉੱਤੇ ਜਿੱਤ ਪ੍ਰਾਪਤ ਕਰ ਲਈ। ਕਹਿੰਦੇ ਇਹ ਤਾਂ ਤੇਰੇ ਅੰਦਰ ਹੋਮੈ ਝਖਣਾ ਝਾਕ ਵਾਲੀ ਹਾਲਤ ਹੋਈ ਹੈ, ਤੂੰ ਇਸ ਤਰ੍ਹਾਂ ਆਪਣੀ ਵਿੱਦਿਆ ਦਾ ਮਾਣ ਕਰਦਾ ਹੈ। ਦੇਖੋ, ਜਦੋਂ ਆਪਾਂ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ ਨਾ, ਬਹੁਤ ਸਾਰੇ ਪੰਡਤਾਂ ਨਾਲ ਗੁਰੂ ਪਾਤਸ਼ਾਹ ਸੰਵਾਦ ਹੋਇਆ, ਅਤੇ ਹਰ ਇੱਕ ਨੂੰ ਸਤਿਗੁਰੂ ਨੇ ਸ਼ਬਦ ਦੇ ਰਾਹੀਂ ਉੱਤਰ ਦੇਣਾ ਕੀਤਾ। ਜੇ ਕਾਂਛੀ ਦੀ ਪੁਰੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਨੇ, ਅਤੇ ਉੱਥੇ ਸਤਿਗੁਰੂ ਪਾਤਸ਼ਾਹ ਇੱਕ ਇਸ ਤਰ੍ਹਾਂ ਅਭਿਮਾਨੀ ਪੰਡਤ ਸੀ, ਜਿਹੜਾ ਹਰ ਇੱਕ ਨੂੰ ਕਹਿੰਦਾ ਮੇਰੇ ਨਾਲ ਵਿਚਾਰ ਚਰਚਾ ਕਰੋ, ਮੈਂ ਵਿਦਵਾਨ ਹਾਂ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ। ਉਹ ਪੰਡਤ ਕਹਿਣ ਲੱਗਿਆ ਕਿ ਸਤਿਗੁਰੂ ਜੀ ਮੇਰੇ ਨਾਲ ਵਿਚਾਰ ਚਰਚਾ ਕਰੋ। ਪਾਤਸ਼ਾਹ ਨੇ ਇੱਕ ਥਾਂ ਤੇ ਦੂਜੀ ਥਾਂ 'ਤੇ ਚਲੇ ਗਏ, ਅਤੇ ਉਹ ਮਗਰ ਗਿਆ ਸਤਿਗੁਰ ਦੇ। ਕਹਿੰਦੇ ਇੱਕ 3 ਵਾਰੀ ਇਸ ਤਰ੍ਹਾਂ ਕੀਤਾ। ਕਹਿੰਦੇ ਸਾਹਮਣੇ ਇੱਕ ਮੋਇਆ ਹੋਇਆ ਕੁੱਤਾ ਪਿਆ ਸੀ, ਲੋਥ ਪਈ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਉੱਠ ਭਾਈ, ਤੇਰੇ ਜਾਤ ਭਾਈ ਆਏ, ਇਹਨਾਂ ਨਾਲ ਤੂੰ ਵਿਚਾਰ ਚਰਚਾ ਕਰਨਾ ਕਰ। ਅਤੇ ਪੰਡਤ ਨੇ ਜਦੋਂ ਇਹ ਸੁਣਿਆ ਬੜੇ ਗੁੱਸੇ ਵਿੱਚ ਆਏ, ਕਿ ਮੈਂ ਵਿਦਵਾਨ ਪੜ੍ਹਿਆ ਲਿਖਿਆ ਪੰਡਤ ਹਾਂ, ਤੁਸੀਂ ਇਹਨੂੰ ਜਾਤ ਭਾਈ ਆਖਣਾ ਕੀਤਾ। ਅਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਕਿ ਭਾਈ ਇਹ ਤੇਰਾ ਵਾਕਈ ਜਾਤ ਭਾਈ ਹੈ, ਤੇਰਾ ਇਹ ਦਾਦਾ ਏ। ਸਤਿਗੁਰੂ ਕਹਿਣ ਲੱਗੇ, ਇਹਨੇ ਤੇਰੇ ਵਾਂਗ ਇਹਨੂੰ ਵੀ ਆਪਣੀ ਵਿੱਦਿਆ ਦਾ ਬੜਾ ਮਾਣ ਹੰਕਾਰ ਸੀ, ਇਹ ਆਪਣੀ ਵਿੱਦਿਆ ਦਾ ਮਾਣ ਹੰਕਾਰ ਕਰਦਾ ਸੀ। ਕੋਈ ਰੱਬ ਦਾ ਪਿਆਰਾ ਰਮਤਾ ਸਾਧੂ ਮਹਾਤਮਾ ਇੱਥੇ ਪਹੁੰਚੇ ਨੇ, ਉਹਨਾਂ ਨੂੰ ਆਖਣ ਲੱਗਿਆ ਕਿ ਮੇਰੇ ਨਾਲ ਵਿਚਾਰ ਚਰਚਾ ਕਰੋ। ਅਤੇ ਉਹ ਰੱਬ ਦੇ ਪਿਆਰੇ ਸੰਤ ਜਨ ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲੇ ਗਏ। ਇਹ ਮਗਰ ਗਿਆ ਕਿ ਮੇਰੇ ਨਾਲ ਵਿਚਾਰ ਚਰਚਾ ਕਰੋ। ਉਹ ਤੀਜੀ ਥਾਂ 'ਤੇ ਚਲੇ ਗਏ, ਤੀਜੀ ਥਾਂ 'ਤੇ ਜਾ ਕੇ ਪਹੁੰਚ ਗਿਆ, ਜਿਸ ਕਰਕੇ ਭਜਨ ਬੰਦਗੀ ਕਰਨ ਵਿੱਚ ਉਹਨੂੰ ਪ੍ਰੋਬਲਮ ਆ ਰਹੀ ਸੀ, ਰੋਕ ਪੈ ਰਹੀ ਸੀ। ਅਤੇ ਉਸ ਸਮੇਂ ਉਹਨਾਂ ਮਹਾਂਪੁਰਖਾਂ ਨੇ ਬਚਨ ਕਰਦੇ, ਕਿਉਂ ਕੁੱਤੇ ਵਾਂਗ ਭੌਂਕੀ ਜਾ ਰਿਹਾ ਏ,
ਕੁੱਤਾ ਮਰ ਕੇ ਤੂੰ ਕੁੱਤਾ ਬਣੇਗਾ। ਸੋਤੇ ਸਿੱਧ ਕਹਿੰਦੇ ਇਹ ਮੁੱਖੋਂ ਬਚਨ ਕੀਤੇ, ਜਿਸ ਕਰਕੇ ਤੇਰਾ ਦਾਦਾ ਅੱਜ ਕੁੱਤੇ ਦੀ ਜੂਨ ਭੋਗ ਰਿਹਾ ਹੈ, ਕੁੱਤੇ ਦੀ ਜੂਨ ਭੋਗ ਰਿਹਾ ਹੈ। ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਸੁਣੇ ਅਤੇ ਸਤਿਗੁਰ ਦੇ ਚਰਨਾਂ 'ਚ ਉਹ ਪੰਡਤ ਡਿੱਗ ਪਿਆ ਸੀ। ਫਿਰ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ, ਮੈਨੂੰ ਉਪਦੇਸ਼ ਬਖਸ਼ੋ ਤਾਂ ਕਿ ਮੇਰਾ ਭਲਾ ਹੋ ਜਾਵੇ। ਸਹਿਸਕ੍ਰਿਤੀ ਨਾਮੇ ਬਾਣੀ ਆਪਾਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦਰਜ ਹੈ। ਜਿਹੜੇ ਪਹਿਲੇ 4 ਸਲੋਕ ਨੇ, 4 ਪਦੇ ਨੇ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਅਤੇ ਸਤਿਗੁਰੂ ਕਹਿੰਦੇ ਨੇ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਬਗਲ ਸਮਾਦੰ, ਮੁਖ ਝੂਠ ਵਿਪੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਹਚੋ ਕਰਮੰ, ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ। ਅਤੇ ਸਤਿਗੁਰ ਨੇ ਇਹ ਪਹਿਲਾ ਪਦਾ ਆਪ ਜੀ ਨੇ ਸਰਵਣ ਕੇ 4 ਪਦੇ ਨੇ, ਅਗਰ ਨੇਹ ਪਲਨ ਤਸ ਜਨਮਸ ਇਸ ਤਰ੍ਹਾਂ ਸਤਿਗੁਰ ਨੇ ਉਚਾਰਨ ਕੀਤਾ। ਭਾਵ ਕਹਿਣ ਦਾ ਗੁਰੂ ਪਾਤਸ਼ਾਹ ਨੇ ਦੱਸਦਾ ਕਿ ਜਿਹੜਾ ਵਿੱਦਿਆ ਪੜ੍ਹ ਕੇ ਜਿੱਥੇ ਜੀਵਾਂ ਨੇ ਜੀਵਾਂ ਦਾ ਭਲਾ ਕਰਨਾ, ਪਰਉਪਕਾਰ ਕਰਨਾ ਹੈ, ਉੱਥੇ ਬਹੁਤ ਤਾਦਾਦ ਵਿੱਚ ਮਨੁੱਖ ਦੇ ਮਨ ਵਿੱਚ ਬਹੁਤਾ ਪੜ੍ਹ ਕੇ ਹੰਕਾਰ ਹੋ ਜਾਂਦਾ ਹੈ। ਅਤੇ ਉਹਨਾਂ ਦੇ ਬਾਬਤ ਸਤਿਗੁਰੂ ਕਹਿੰਦੇ ਨੇ, ਨਾਨਕ ਹੋਮੈ ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਖਣਾ ਝਾਕ। ਜਿਵੇਂ ਹੋਮੈ ਵਿੱਚ ਹੰਕਾਰ ਦੇ ਵਿੱਚ ਜਿਵੇਂ ਝੱਖਾ ਮਾਰਦਾ ਫਿਰਦਾ ਨਾ, ਕਹਿੰਦੇ ਇਸੇ ਤਰ੍ਹਾਂ ਹੀ ਜਿਸ ਜੀਵ ਨੂੰ ਆਪਣੀ ਵਿੱਦਿਆ ਦਾ ਮਾਣ ਹੁੰਦਾ, ਹੰਕਾਰ ਹੁੰਦਾ ਏ, ਉਹ ਵੀ ਇੱਕ ਤਰ੍ਹਾਂ ਹੋਮੈ ਵਿੱਚ ਝੱਖਾ ਹੀ ਮਾਰਦਾ ਫਿਰਦਾ ਹੈ। ਕਿਉਂਕਿ ਵਿੱਦਿਆ ਜਿਹੜੀ ਪੜ੍ਹਨੀ ਜ਼ਰੂਰੀ ਹੈ। ਦੇਖੋ, ਜੇਕਰ ਆਪਾਂ ਸਤਿਗੁਰੂ ਪਾਤਸ਼ਾਹ ਦੇ ਸਮੇਂ ਦੀ ਗੱਲ ਕਰੀਏ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਨਮਤੀਆਂ ਦੀ ਵਿੱਦਿਆ ਲੈਣ ਵਾਸਤੇ, ਸਿੱਖਾਂ ਨੂੰ ਕਰਮ ਕਾਂਡਾਂ 'ਚੋਂ ਬਾਹਰ ਕੱਢਣ ਵਾਸਤੇ ਸਤਿਗੁਰ ਨੇ ਆਪਣੇ ਸਿੱਖ 5 ਸਿੱਖ ਕਾਂਛੀ ਦੀ ਪੁਰੀ 'ਤੇ ਭੇਜਣਾ ਕੀਤੇ ਸਨ। ਹਰਿਦੁਆਰ ਭੇਜੇ ਸੀ ਵਾਹਿਗੁਰੂ, ਹਰਿਦੁਆਰ ਦੀ ਧਰਤੀ 'ਤੇ ਭੇਜੇ। ਰਘੂਨਾਥ ਨਾਮੇ ਜਿਹੜਾ ਪੰਡਤ ਸੀ, ਉਹਦੇ ਕੋਲ ਸਭ ਸਿੱਖ ਪਹੁੰਚੇ। ਜਾ ਕੇ ਪੁੱਛਿਆ ਕਿ ਤੁਹਾਡੀ ਜਾਤ ਕੀ ਹੈ? ਸਿੱਖ ਕਹਿਣ ਲੱਗੇ, ਕੋਈ ਕਹਿਣ ਲੱਗਿਆ ਕਿ ਸਾਡੀ ਜਾਤ ਹੈ ਸਿੱਖ, ਅਸੀਂ ਸਿੱਖ ਹਾਂ। ਕਹਿਣ ਲੱਗੇ ਦੱਸੋ ਫਿਰ ਵੀ ਤੁਸੀਂ ਕਿਹੜੀ ਜਾਤੀ ਨਾਲ ਸੰਬੰਧਿਤ ਹੋ? ਕੋਈ ਕਹਿਣ ਲੱਗਿਆ ਮੈਂ ਤਰਖਾਣ ਹਾਂ, ਕੋਈ ਕਹਿਣ ਲੱਗਿਆ ਫਲਾਣਾ ਹਾਂ। ਕਹਿਣ ਲੱਗਿਆ ਨੀਵੀਂ ਜਾਤਾਂ ਵਾਲੇ ਨੂੰ ਮੈਂ ਨਹੀਂ ਪੜ੍ਹਾ ਸਕਦਾ। ਰਘੂਨਾਥ ਪੰਡਤ ਨੇ ਇਨਕਾਰ ਕੀਤਾ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਗੁਰੂ ਸਵਾਰਿਓ ਇਹਨਾਂ ਨੂੰ ਆਖਿਆ ਕਿ ਤੁਸੀਂ ਆਪਣਾ ਵੇਸ ਬਦਲ ਕੇ, ਲਿਬਾਸ ਬਦਲ ਕੇ ਜਾਣਾ ਕਰੋ, ਅਤੇ ਇਸ ਤਰ੍ਹਾਂ ਸੰਸਕ੍ਰਿਤ ਦੀ ਜਿਹੜੀ ਭਾਸ਼ਾ ਉਹ ਸਿੱਖ ਕੇ ਆਉਣਾ ਕਰੋ। ਅਤੇ ਫਿਰ ਉਸ ਤਰ੍ਹਾਂ 5 ਸਿੱਖ ਗਏ ਸਨ, ਜਿੱਥੋਂ ਗੁਰੂ ਸਵਾਰੇ ਇਹ ਜਿਹੜੀ ਹੈ ਉਦਾਸੀ ਸੰਪਰਦਾ ਪ੍ਰਾਰੰਭ ਹੋਈ ਹੈ। ਅਤੇ ਇਸ ਤਰ੍ਹਾਂ ਫਿਰ ਇਹ ਜਿਹੜੇ ਸਿੱਖ ਸਨ, ਉਹਨਾਂ ਨੇ ਉਦਾਸੀ ਨਾਲੇ ਇਹਨਾਂ ਨੇ ਫਿਰ ਉੱਥੋਂ ਅਨਮਤੀਆ ਦੀ ਵਿੱਦਿਆ ਪ੍ਰਾਪਤ ਕੀਤੀ ਹੈ। ਕਿਉਂ ਕਰਾਈ ਸੀ ਪਾਤਸ਼ਾਹ ਨੇ? ਕਿਉਂਕਿ ਤਾਂ ਕਿ ਸਿੱਖ ਜਿਹੜੇ ਨੇ ਉਹ ਕਰਮ ਕਾਂਡਾਂ ਵਿੱਚੋਂ ਬਾਹਰ ਨਿਕਲ ਆਉਣ, ਸਿੱਖਾਂ ਨੂੰ ਹਰ ਧਰਮ ਦੀ ਜਿਹੜੀ ਨੌਲੇਜ ਹੋਵੇ, ਗਿਆਨ ਹੋਵੇ। ਅਤੇ ਸਾਡੇ ਗੁਰੂ ਪਾਤਸ਼ਾਹ ਨੇ ਆਪ ਵਿੱਦਿਆ ਪੜ੍ਹੀ, ਸਾਨੂੰ ਵਿੱਦਿਆ ਪੜ੍ਹਨ ਦਾ ਹੁਕਮ ਕੀਤਾ, ਪਰ ਨਾਲ ਪਾਤਸ਼ਾਹ ਕਹਿੰਦੇ ਵਿੱਦਿਆ ਪੜ੍ਹ ਕੇ ਹੰਕਾਰ ਨਹੀਂ ਕਰਨਾ। ਵਿਦਵਾਨਾਂ ਨੇ ਵਿੱਦਿਆ ਦੀ ਉਦਾਹਰਨਾਂ ਇੱਕ ਸੱਪ ਨਾਲ ਤੁਲਨਾ ਕੀਤੀ ਹੈ। ਕਹਿੰਦੇ ਨੇ ਜਿਵੇਂ ਇੱਕ ਮਣੀ ਵਾਲਾ ਸੱਪ ਹੁੰਦਾ ਨਾ, ਮਣੀ ਵਾਲਾ ਸੱਪ ਉਹ ਆਪਣੀ ਮਣੀ ਨੂੰ ਕੱਢਦਾ ਬਾਹਰ, ਅਤੇ ਰੇਤੇ ਦੇ ਵਿੱਚ ਉਹ ਇਸ ਤਰ੍ਹਾਂ ਫਿਰ ਉਸ ਮਣੀ ਨੂੰ ਵਿੱਚ ਰਲਾ ਦਿੰਦਾ ਹੈ। ਰੇਤੇ ਵਿੱਚ ਇਸ ਤਰ੍ਹਾਂ ਕਿ ਉੱਧਰ ਨੂੰ ਸੁੱਟਦਾ, ਉੱਧਰ ਨੂੰ ਸੁੱਟਦਾ, ਅਤੇ ਫਿਰ ਮਣੀ ਜਦੋਂ ਰੇਤੇ ਵਿੱਚ ਗੁੰਮ ਜਾਂਦੀ ਨਾ, ਫਿਰ ਉਹ ਸੱਪ ਗੁਰੂ ਸਾਹਿਬ ਡੰਗ ਮਾਰਦਾ, ਡੰਗ ਮਾਰ ਕੇ ਅਖੀਰ 'ਤੇ ਆਪ ਮਰ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੀ ਵਿੱਦਿਆ ਪੜ੍ਹਨੀ ਹੈ, ਇੱਕ ਤਰ੍ਹਾਂ ਵਿੱਦਿਆ ਕੀ, ਇੱਕ ਮਣੀ ਦੀ ਨਿਆਈ ਹੈ। ਵਿੱਦਿਆ ਕੀ ਹੈ? ਇਹ ਖਜ਼ਾਨਾ ਹੈ, ਖਜ਼ਾਨਾ ਮਣੀ ਖਜ਼ਾਨਾ ਹੈ, ਖਜ਼ਾਨੇ ਦੀ ਨਿਆਈ ਹੈ। ਪਰ ਕਹਿੰਦੇ ਜਦੋਂ ਸੱਪ ਦੇ ਅੰਦਰ ਅਹੰਗ ਹੈ, ਅਹੰਗ ਦਾ ਅਰਥ ਹੈ ਹੰਕਾਰ, ਸੱਪ ਕਹਿੰਦੇ ਹੰਕਾਰ ਆ ਜਾਂਦਾ ਜੀਵ ਦੇ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਫਿਰ ਉਹ ਜੀਵ ਜਿਵੇਂ ਸੱਪ ਆਪਣੀ ਮਣੀ ਗਵਾ ਲੈਂਦਾ ਨਾ, ਹੰਕਾਰ ਵਿੱਚ ਆ ਕੇ ਜੀਵ
ਜਿਹੜਾ ਗੁਰੂ ਸਰ ਆਪਣੀ ਵਿਦਿਆ ਪੜ੍ਹਿਆ ਹੋਇਆ ਵੀ ਅਨਪੜ੍ਹਾਂ ਵਾਂਗ ਉਹ ਹੁੰਦਾ ਸੰਸਾਰ ਦੇ ਵਿੱਚ। ਲੋਕ ਨੂੰ ਲਾਹਣਤਾਂ ਪਾਉਂਦੇ ਨੇ, ਕਹਿੰਦੇ ਪੜ੍ਹਿਆ ਲਿਖਿਆ ਤਾਂ ਬੜਾ ਏ ਪਰ ਜਿਹੜੀ ਅਕਲ ਹੈ ਉਹ ਧੇਲੀ ਦੀ ਨਹੀਂ ਹੈ। ਲੋਕ ਇਸ ਤਰ੍ਹਾਂ ਕਹਾਵਤਾਂ ਪਾਉਂਦੇ ਨੇ। ਇਸ ਤਰ੍ਹਾਂ ਇਹ ਪਹਿਲਾ ਮਨੁੱਖ ਜਿਹਨੇ ਵਿਦਿਆ ਪ੍ਰਾਗ ਹੰਕਾਰ ਕੀਤਾ। ਅਤੇ ਇੱਕ ਜਦੋਂ ਸੱਪ ਗੁਰੂ ਸਰ ਉਸ ਮਣੀ ਨੂੰ ਮਣੀ ਕੱਢਦਾ ਅਤੇ ਉਹ ਬਾਹਰ ਰੱਖ ਦਿੰਦਾ, ਬਾਹਰ ਰੱਖਦਾ ਅਤੇ ਉਹਦੇ ਚਾਨਣ ਦੇ ਵਿੱਚ ਕੀੜੇ ਮਕੌੜੇ ਇਤਿਆਦਿ ਉਸ ਮਣੀ ਦੇ ਆਲੇ ਦੁਆਲੇ ਇਕੱਤਰ ਹੁੰਦੇ ਨੇ। ਮਣੀ ਦੇ ਆਲੇ ਦੁਆਲੇ ਉਹ ਜਿਹੜੇ ਕੀੜੇ ਮਕੌੜੇ ਇਕੱਤਰ ਹੁੰਦੇ ਅਤੇ ਸੱਪ ਉਹਨਾਂ ਕੀੜੇ ਮਕੌੜਿਆਂ ਨੂੰ ਖਾ ਕੇ ਆਪਣੇ ਪੇਟ ਦੀ ਪੂਰਤੀ ਕਰਦਾ। ਇਹ ਦੂਜੇ ਪ੍ਰਕਾਰ ਦੇ ਜਿਹੜੇ ਵਿਦਿਆ ਪੜ੍ਹੀ ਹੋਈ ਹੈ, ਇਹ ਆਪਾਂ ਸਾਰੇ ਆ ਜਾਂਦੇ ਨੇ ਕਿ ਆਪਣੀ ਪੇਟ ਪੂਰਤੀ ਲਈ ਵਿਦਿਆ ਪੜ੍ਹ ਲਈ, ਉਸ ਵਿਦਿਆ ਦੇ ਰਾਹੀਂ ਪਰਾਏ ਦਾ ਭਲਾ ਨਹੀਂ ਕੀਤਾ, ਕਿਸੇ ਨੂੰ ਪਰਾਏ ਦਾ ਭਲਾ ਨਹੀਂ ਕੀਤਾ, ਕਿਸੇ ਨੂੰ ਵਿਦਿਆ ਅੱਗੇ ਦੇਣਾ ਨਹੀਂ ਕੀਤੀ। ਇਸ ਤਰ੍ਹਾਂ ਕੇਵਲ ਪੇਟ ਪੂਰਤੀ ਦੇ ਲਈ ਕਥਾ ਕਰਨ ਕੀਰਤਨ ਕਰਨ ਲੱਗ ਪਏ, ਲੈਕਚਰ ਦੇਣ ਲੱਗ ਪਏ ਅਤੇ ਆਪਣੇ ਪੇਟ ਪੂਰਤੀ ਦੇ ਲਈ। ਪਰ ਗੁਰੂ ਸਵਾਰਿਓ ਦੂਜੇ ਦਾ ਭਲਾ ਕਿਸੇ ਨੂੰ ਉਹ ਵਿਦਿਆ ਦੇਣਾ ਨਹੀਂ ਕੀਤੀ, ਉਹ ਦੂਜੇ ਪ੍ਰਕਾਰ ਦਾ ਸੱਪ ਹੈ। ਅਤੇ ਤੀਸਰਾ, ਜਦੋਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਨਿਕਲਦਾ ਏ, ਕਹਿੰਦੇ ਨੇ ਸੱਪ ਆਪਣੀ ਮਣੀ ਨੂੰ ਕੱਢ ਕੇ ਬਾਹਰ ਰੱਖ ਦਿੰਦਾ ਹੈ। ਮਣੀ ਵਾਲਾ ਸੱਪ ਮਣੀ ਨੂੰ ਕੱਢ ਕੇ ਬਾਹਰ ਰੱਖਦਾ ਅਤੇ ਚੰਦਰਮਾ ਦੀਆਂ ਕਿਰਨਾਂ ਉਸ ਮਣੀ ਉੱਤੇ ਆ ਕੇ ਪੈਂਦੀਆਂ ਨੇ, ਰਸ ਚੋਂਦਾ ਏ ਅਤੇ ਸੱਪ ਆਪਣੀ ਜ਼ਹਿਰ ਮਿਟਾਉਣ ਵਾਸਤੇ ਫਿਰ ਗੁਰੂ ਸਵਾਰੇ ਉਸ ਮਣੀ ਨੂੰ ਚੱਟਦਾ ਏ, ਉਹਦੇ ਵਿੱਚੋਂ ਰਸ ਨੂੰ ਪ੍ਰਾਪਤ, ਜਿਹਦੇ ਰਾਹੀਂ ਦਾ ਜ਼ਹਿਰ ਦੂਰ ਹੁੰਦਾ ਏ। ਅਤੇ ਸਤਿਗੁਰੂ ਇਹ ਹੈ ਕਿ ਤੀਜੇ ਪ੍ਰਕਾਰ ਦੀ ਵਿਦਿਆ, ਜਿਹਦੇ ਰਾਹੀਂ ਗੁਰੂ ਸਵਾਰਿਓ ਵਿਦਿਆ ਪੜ੍ਹ ਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਨੇ, ਹਿਰਦੇ ਅੰਦਰ ਗਿਆਨ ਉਤਪੰਨ ਕਰਨਾ, ਪਰਮਾਤਮਾ ਦਾ ਨਾਮ ਜਪਣਾ, ਜਿਹਦੇ ਜਿਵੇਂ ਸੱਪ ਦੀ ਜ਼ਹਿਰ ਉਸ ਅੰਮ੍ਰਿਤ ਨੂੰ ਚੱਟ ਕੇ ਖਤਮ ਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਹਨ, ਉਹਨਾਂ ਦੀ ਜਿਹੜੀ ਹਉਮੈ ਰੂਪੀ ਜ਼ਹਿਰ ਹੈ, ਵਿਸ਼ਿਆਂ ਰੂਪੀ ਜ਼ਹਿਰ ਹੈ, ਉਹ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਸਿਮਰਨ ਕਰਕੇ ਵਾਰ-ਵਾਰ ਮੁੱਖੋਂ ਵਾਹਿਗੁਰੂ ਵਾਹਿਗੁਰੂ ਆਖ ਕੇ ਹਿਰਦੇ ਦੇ ਅੰਦਰੋਂ ਗੁਰੂ ਸਰੇ ਉਹ ਜਿਹੜੀ ਹਉਮੈ ਵਿਸ਼ਿਆਂ ਦੀ ਜ਼ਹਿਰ ਇਹ ਖਤਮ ਹੋ ਜਾਂਦੀ ਹੈ। ਅਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਜਿਹੜੀ ਵਿਦਿਆ ਪੜ੍ਹਨੀ ਹੈ ਇਹ ਪਰਉਪਕਾਰ ਵਾਸਤੇ ਹੈ। ਪਰ ਪਾਤਸ਼ਾਹ ਕਹਿੰਦੇ ਨਾਨਕ ਲੇਖੈ ਇੱਕ ਗੱਲ, ਲੇਖੇ ਵਿੱਚ ਭਾਈ ਇੱਕ ਗੱਲ ਆਉਣੀ ਹੈ, ਹੋਰ ਹਉਮੈ ਝਖਣਾ ਝਾਖ, ਜਿਹੜੀਆਂ ਹੋਰ ਗੱਲਾਂ ਬਾਤਾਂ ਕਰਨੀਆਂ ਪਰਮਾਤਮਾ ਦੇ ਨਾਮ ਤੋਂ, ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਅਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਝੱਖਾ ਮਾਰਨ ਦੀ ਨਿਆਈ ਹੈ। ਜਿਵੇਂ ਜੀ ਝੱਖਾ ਮਾਰ ਰਿਹਾ ਹੈ, ਜਿਵੇਂ ਭਗਤ ਜੀ ਕਹਿੰਦੇ ਨੇ, ਭਗਤ ਕਬੀਰ ਸਾਹਿਬਾਨ ਜੀ, ਉਹ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਖਾਲੀ ਘੜੇ ਉੱਤੇ ਹੱਥ ਮਾਰੀਏ ਨਾ, ਵਿੱਚੋਂ ਆਵਾਜ਼ ਆਉਂਦੀ ਹੈ। ਪਰ ਜੇ ਘੜੇ ਨੂੰ ਪਾਣੀ ਨਾਲ ਭਰ ਦਿੱਤਾ ਜਾਵੇ, ਫਿਰ ਉਹਦੇ ਉਂਗਲਾਂ ਮਾਰਨਾ ਕਰੀਏ, ਘੜੇ ਵਿੱਚੋਂ ਆਵਾਜ਼ ਨਹੀਂ ਆਉਂਦੀ ਹੈ। ਅਤੇ ਜਿਨ੍ਹਾਂ ਦੇ ਅੰਦਰ ਗੁਰੂ ਸਰ ਨਾਮ ਸਿਮਰਨ ਹੈ, ਕਿਣਕਾ ਮਾਤਰ ਗੁਰੂ ਦਾ ਬਖਸ਼ਿਆ ਉਪਦੇਸ਼ ਵਸ ਗਿਆ, ਨਾਮ ਵਸ ਗਿਆ, ਫਿਰ ਉਹ ਭਰੇ ਹੋਏ ਘੜੇ ਦੀ ਨਿਆਈ ਹੁੰਦੀ ਹਨ। ਜਿਹੜੇ ਖਾਲੀ ਘੜੇ ਨੇ ਨਾ, 4 ਕਿਤਾਬਾਂ ਪੜ੍ਹ ਕੇ ਵਿਦਵਾਨ ਬਣ ਗਏ ਅਤੇ ਆਪਣੇ ਨੂੰ ਕਹਿੰਦੇ ਅਸੀਂ ਪਤਾ ਨਹੀਂ ਕੀ ਹੈ, ਅਨਪੜ੍ਹਾਂ ਨੂੰ ਕੁਝ ਨਹੀਂ ਸਮਝਦੇ, ਅਤੇ ਉਹ ਫਿਰ ਖਾਲੀ ਘੜੇ ਹੁੰਦੇ ਨੇ, ਦੁਨੀਆ ਨੂੰ ਉਪਦੇਸ਼ ਦਿੰਦੇ ਨੇ ਅਤੇ ਆਪ ਉਸ ਉਪਦੇਸ਼ ਦੇ ਧਾਰਨੀ ਨਹੀਂ ਬਣਦੇ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਅਵਰ ਹੈ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ, ਖਾਇਆ ਘਰ ਕਾ ਖੇਤ। ਉਹਨਾਂ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ। ਹੋਰ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਭਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਸਿਮਰਨ ਕਰੋ, ਪਰ ਜਦੋਂ ਆਪਣੀ ਉੱਠਣ ਦੀ ਵਾਰੀ ਹੁੰਦੀ ਹੈ ਅਤੇ ਆਪ 7 ਵਜੇ ਕਛਹਿਰਾ ਪਰਨ ਲੱਭਦਾ ਫਿਰਦਾ ਹੁੰਦਾ ਹੈ। ਅਤੇ ਇਸ ਤਰ੍ਹਾਂ ਨਹੀਂ ਗੁਰੂ ਸਵਾਰਿਓ, ਆਪ ਵੀ ਜਪਣਾ ਅਤੇ ਲੋਕਾਈ ਨੂੰ ਨਾ ਜਪਾਣਾ, ਆਪ ਵੀ ਕਮਾਈ ਕਰਨੀ, ਪਹਿਲਾਂ ਆਪ ਪ੍ਰੈਕਟੀਕਲ ਕਰਨਾ। ਜੇ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਆਖਿਆ ਨਾ ਕਿ ਅੰਮ੍ਰਿਤ ਵੇਲੇ ਉੱਠੋ, ਨਾਮ ਜਪੋ, ਆਪਾਂ 10 ਗੁਰੂ ਪਾਤਸ਼ਾਹ ਜੀਵਨੀ ਪੜ੍ਹੀਏ ਅਤੇ ਹਰ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਤਿਗੁਰੂ ਪਹਿਰ ਰਾਤ ਰਹਿੰਦੀ ਤੋਂ ਜਾਗਦੇ ਸੀ।
ਪਹਿ ਰਾਤ ਰਹਿੰਦੀ ਤੋਂ ਪਾਤਸ਼ਾਹ ਨੇ ਜਾਗਣਾ, ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਫਿਰ ਸਮਾਧੀ ਵਿੱਚ ਲੀਨ ਹੋਣਾ, ਨਿੱਤ ਦਾ ਨਿਯਮ ਨਿਭਾਉਣਾ। ਇਹ ਸਾਡੇ ਗੁਰੂ ਪਾਤਸ਼ਾਹ ਨੇ ਬੜਾ ਪ੍ਰੈਕਟੀਕਲ ਕੀਤਾ ਆਪਣੇ ਉੱਤੇ। ਫਿਰ ਸਾਨੂੰ ਕਿਹਾ ਕਿ ਭਾਈ ਤੁਸੀਂ ਇਹ ਕਮਾਈ ਕਰਨੀ ਹੈ, ਕਿਉਂਕਿ ਜੇ ਸਤਿਗੁਰੂ ਸਾਨੂੰ ਕਹਿੰਦੇ ਆਪ ਕਮਾਈ ਨਹੀਂ ਕਰਦੇ, ਹਾਲਾਂਕਿ ਗੁਰੂ ਪਾਤਸ਼ਾਹ ਸਮਰੱਥ ਨੇ, ਉਹਨਾਂ ਨੂੰ ਕੋਈ ਲੋੜ ਵੀ ਨਹੀਂ ਸੀ, ਪਰ ਜੇ ਸਤਿਗੁਰੂ ਪ੍ਰੈਕਟੀਕਲ ਨਹੀਂ ਕਰਦੇ ਤਾਂ ਸਿੱਖਾਂ ਦੇ ਮਨ ਵਿੱਚ ਇਹ ਵਿਚਾਰ ਆਉਣੀ ਸੀ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਤਾਂ ਉਪਦੇਸ਼ ਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੋ, ਸਿਮਰਨ ਕਰੋ, ਪਰ ਪਾਤਸ਼ਾਹ ਆਪ ਤਾਂ ਅੰਮ੍ਰਿਤ ਵੇਲੇ ਉੱਠਦੇ ਨਹੀਂ ਹਨ। ਇਸ ਕਰਕੇ ਸਤਿਗੁਰੂ ਨੇ ਪ੍ਰੈਕਟੀਕਲ ਕਰਕੇ ਦੱਸਿਆ ਗੁਰੂ ਸਵਾਰਿਓ। ਅਤੇ ਸਤਿਗੁਰੂ ਇੱਥੇ ਬਚਨ ਕਰਦੇ ਨੇ, ਨਾਨਕ ਕਹਿੰਦੇ ਇੱਕ ਲੇਖਾ ਇੱਕ ਗੱਲ, ਲੇਖੇ ਵਿੱਚ ਭਾਈ ਇੱਕ ਗੱਲ ਹੋਣੀ ਹੈ, ਹੋਰ ਹੋਮੈ ਝਖਣਾ ਝਾਕ, ਜਿਹੜੀ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਕਰਨੀਆਂ, ਕਹਿੰਦੇ ਇਹ ਝੱਖਾ ਮਾਰਨ ਦੀ ਨਿਆਈ ਹੈ। ਮਹੱਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਲਿਖ ਲਿਖ ਕੇ ਕਹਿੰਦੇ ਪੜ੍ਹਨ ਲੱਗ ਪਿਆ, ਪੜ੍ਹ ਪੜ੍ਹ ਕੇ ਯਾਦ ਕਰ ਕਰਕੇ ਲਿਖਦਾ ਰਿਹਾ। ਕਹਿੰਦੇ ਇਸ ਤਰ੍ਹਾਂ ਤੇਤਾ ਕੜੇ, ਇਸ ਤਰ੍ਹਾਂ ਕੜ ਗਿਆ ਪੂਰਾ ਪੜ੍ਹ ਪੜ੍ਹ ਕੇ। ਬਹੁਤ ਤੀਰਥ ਭਵਿਆ ਤੇਤੋ ਲਭਿਆ। ਫਿਰ ਕਹਿੰਦੇ ਤੀਰਥਾਂ ਉੱਤੇ ਯਾਤਰਾ ਕਰਨ ਲੱਗ ਪਿਆ। ਤੀਰਥ ਯਾਤਰਾ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਕਿ ਇਹੀ ਤੀਰਥ ਯਾਤਰਾ, ਇਹਦੇ ਰਾਹੀਂ ਸਾਡਾ ਭਲਾ ਹੋ ਜਾਵੇਗਾ। ਪਰ ਸਤਿਗੁਰੂ ਕਹਿੰਦੇ ਨੇ ਇਹਨਾਂ ਤੀਰਥ ਯਾਤਰਾ ਕਰਨ ਦੇ ਨਾਲ ਵੀ ਕਹਿੰਦੇ ਮਨ ਵਿੱਚ ਹੰਕਾਰ ਆ ਗਿਆ। ਤੀਰਥਾਂ ਉੱਤੇ ਜਾ ਕੇ ਨਹਾਉਂਦਾ ਰਿਹਾ, ਇਸ਼ਨਾਨ ਕਰਦਾ ਰਿਹਾ, ਕਿਵੇਂ ਪਵਿੱਤਰ ਹੋ ਗਿਆ, ਮੇਰੇ ਜੈਸਾ ਕੋਈ ਨਹੀਂ। ਮੈਂ 68 ਤੀਰਥਾਂ ਉੱਤੇ ਜਾ ਕੇ ਯਾਤਰਾ ਕਰ ਲਈ, ਮੱਥਾ ਟੇਕ ਲਿਆ, ਉੱਥੇ ਜਾ ਕੇ ਮੈਂ ਇਸ਼ਨਾਨ ਕਰ ਲਿਆ। ਕਹਿੰਦੇ ਹੰਕਾਰ ਆ ਗਿਆ। ਹੰਕਾਰ ਨੂੰ ਤਾਂ ਦੂਰ ਕਰਨਾ ਸੀ, ਅਤੇ ਹੰਕਾਰ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਿਆ। ਅਤੇ ਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦਾ ਕਹਿੰਦੇ ਨਹੀਂ, ਤੀਰਥ ਯਾਤਰਾ ਕਰਨ ਦੇ ਨਾਹੀਂ ਇਹ ਜੀਵ ਤੇਰਾ ਭਲਾ ਨਹੀਂ ਹੋਣਾ, ਇਸ ਤਰ੍ਹਾਂ ਤੇਰਾ ਹੰਕਾਰ ਨਹੀਂ ਦੂਰ ਹੋ ਸਕਦਾ। ਹੰਕਾਰ ਨੂੰ ਦੂਰ ਕਰਨ ਦੇ ਲਈ ਸਾਡੇ ਗੁਰੂ ਪਾਤਸ਼ਾਹ ਨੇ ਇੱਕੋ ਇੱਕ ਤਰੀਕਾ ਦੱਸਿਆ ਹੈ, ਉਹ ਹੈ ਗੁਰੂ ਦੇ ਦਰ 'ਤੇ ਆ ਕੇ ਸੇਵਾ ਕਰਨੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦੇ ਦਰ 'ਤੇ ਆ ਕੇ ਸਾਨੂੰ ਸੋਝੀ ਆਉਣੀ ਹੈ। ਗੁਰੂ ਦੇ ਦਰ 'ਤੇ ਆ ਕੇ ਸਾਡਾ ਜਿਹੜਾ ਮਨ ਹੈ ਉਹ ਗੁਰੂ ਸਰੇ ਨਾਮ ਜਲ ਨਾਲ ਧੋਤਾ ਜਾਵੇਗਾ। ਗੁਰੂ ਦੇ ਦਰ 'ਤੇ ਜਦੋਂ ਆਉਂਦੇ ਨੇ ਨਾ, ਗੁਰੂ ਪਾਤਸ਼ਾਹ ਦੇ ਦਰ 'ਤੇ ਦੇਖੋ ਕਿਹੋ ਜਿਹੀ ਖੇਡ ਪਾਤਸ਼ਾਹ ਨੇ ਬਣਾਈ ਹੈ। ਇੱਕ ਕਰੋੜਾਂਪਤੀ ਵੀ ਸਤਿਗੁਰ ਦੇ ਦਰ 'ਤੇ ਆ ਕੇ ਟਹਿਲ ਸੇਵਾ ਕਰ ਰਿਹਾ। ਇੱਕ ਗਰੀਬ ਜਿਹੜਾ ਗੁਰੂ ਸਰੇ ਜਿਹਦੇ ਇੱਕ ਸਮੇਂ ਦਾ ਪ੍ਰਸ਼ਾਦਾ ਮਸਾਂ ਹੀ ਘਰ ਵਿੱਚ ਬਣਦਾ ਹੈ, ਉਹ ਵੀ ਟਹਿਲ ਸੇਵਾ ਕਰ ਰਿਹਾ ਹੈ। ਇੱਕ ਥਾਂ 'ਤੇ ਸਤਿਗੁਰ ਨੇ ਇਕੱਠੇ ਕਰ ਦਿੱਤੇ ਤਾਂ ਕਿ ਜਿਹੜਾ ਮਨ ਵਿੱਚ ਕਰੋੜਪਤੀ ਦੇ ਮਨ 'ਚ ਹੰਕਾਰ ਨਾ ਰਵੇ ਕਿ ਮੈਂ ਅਮੀਰ ਹਾਂ। ਗਰੀਬ ਇਹ ਨਾ ਝੂਰੇ ਕਿ ਮੈਂ ਵੱਡਿਆਂ ਵਿੱਚ ਨਹੀਂ ਬੈਠ ਸਕਦਾ, ਕਿ ਮੇਰੇ ਸਾਹਮਣੇ ਇੱਕ ਕਰੋੜਾਂਪਤੀ ਦੇ ਕੋਲ ਮੈਂ ਕਿਵੇਂ ਬੈਠਾਂਗਾ। ਅਤੇ ਉਹਨੂੰ ਵੀ ਨਾਲ ਬਿਠਾ ਤਾ ਕਿ ਤੂੰ ਵੀ ਭਾਈ ਨਾਲ ਬਹਿ ਕੇ ਸੇਵਾ ਕਰਨਾ ਕਰ। ਜਦੋਂ ਇੱਕ ਦੂਜੇ ਵੱਲ ਤੱਕਦੇ ਨੇ ਅਤੇ ਆਪਣੇ ਆਪ ਜਿਹੜਾ ਮਾਣ ਗੁਰੂ ਸਰ ਦੂਰ ਹੋ ਜਾਂਦਾ। ਉੱਥੇ ਨਿਮਰਤਾ ਸੇਵਾ ਕਰਕੇ ਹੀ, ਸੇਵਾ ਸਿਮਰਨ ਕਰਕੇ ਹੀ ਮਨ ਵਿੱਚ ਨਿਮਰਤਾ ਆਉਂਦੀ ਹੈ। ਹੰਕਾਰ ਸਾਡਾ ਤਾਂਹੀਓ ਦੂਰ ਹੋਣਾ ਹੈ। ਅਤੇ ਸਤਿਗੁਰੂ ਕਹਿੰਦੇ ਤੀਰਥ ਯਾਤਰਾਵਾਂ ਕਰਨ ਦੇ ਨਾਲ, ਤੀਰਥਾਂ ਉੱਤੇ ਇਸ਼ਨਾਨ ਕਰਨ ਦੇ ਨਾਲ ਕਹਿੰਦੇ ਭਾਈ ਇਹ ਨਾ ਸੋਚੋ ਕਿ ਅਸੀਂ ਪਵਿੱਤਰ ਹੋ ਜਾਵਾਂਗੇ, ਸਾਡਾ ਜੀਵਨ ਸਫਲਾ ਹੋ ਜਾਵੇਗਾ। ਅਤੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਤਾਂ ਕਹਿੰਦੇ ਮਨ ਵਿੱਚ ਹੋਰ ਜ਼ਿਆਦਾ ਹੰਕਾਰ ਹੋ ਗਿਆ, ਮਾਣ ਵੱਧ ਗਿਆ ਕਿ ਅਸੀਂ ਪਵਿੱਤਰ ਹੋ ਗਏ ਹਾਂ। ਅਤੇ ਅੱਗੇ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਹਬੇ ਜੀਆ ਆਪਣਾ ਕੀਆ। ਕਹਿੰਦੇ ਬੜੇ ਭੇਖ ਬਣਾਉਣਾ ਕੀਤ ਧਰਮ ਦੇ ਨਿਮਿੱਤ। ਧਰਮ ਦੇ ਨਾਂ 'ਤੇ ਹਰ ਇੱਕ ਧਰਮ ਦੇ ਵੱਖਰੇ ਵੱਖਰੇ ਨਿਸ਼ਾਨ ਨੇ, ਭੇਖ ਨੇ। ਜਿਵੇਂ ਸਿੱਖ ਧਰਮ ਹੈ, ਸਾਡਾ ਭੇਖ ਕੀ ਹੈ, ਲਿਬਾਸ ਕੀ ਹੈ? ਸਭ ਤੋਂ ਪਹਿਲਾਂ ਸਾਬਤ ਸੂਰਤ ਦਸਤਾਰ ਸਿਰਾ, ਉਸ ਤੋਂ ਬਾਅਦ ਸਾਡੀ 5 ਕਕਾਰਾਂ ਦੀ ਵਰਦੀ। ਅਤੇ ਮਾਫ਼ ਕਰਨਾ ਜੇ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠਦੇ, ਸਤਿਗੁਰੂ ਦੀ ਬਾਣੀ ਨਹੀਂ ਪੜ੍ਹਦੇ, 4 ਵੱਜਰ ਕ੍ਰਹਿਤਾਂ ਤੋਂ ਨਹੀਂ ਬਚਦੇ, ਆਪਾਂ ਗੁਰੂ ਦੇ ਮੱਤ ਤੋਂ ਉਲਟ ਕਰਮ ਕਰੀ ਜਾਈਏ, ਅਤੇ ਮਾਫ਼ ਕਰਨਾ ਸਾਡਾ ਫਿਰ ਇਹ ਜਿਹੜਾ ਇੱਕ ਤਰ੍ਹਾਂ ਪਹਿਨਿਆ ਹੋਇਆ ਲਿਬਾਸ 5 ਕਕਾਰਾਂ ਦੀ ਵਰਦੀ,
ਇੱਕ ਤਰ੍ਹਾਂ ਭੇਖ ਹੀ ਰਹਿ ਜਾਵੇਗਾ। ਪਰ ਜੇ ਇਹ ਆਪਾਂ ਲਿਬਾਸ ਪਹਿਨ ਕੇ, ਵਰਦੀ ਪਹਿਨ ਕੇ ਆਪਾਂ ਆਪਣੀ ਰਹਿਤ ਵਿੱਚ ਪਰਪੱਕ ਰਹੀਏ, ਨਿੱਤ ਦਾ ਨਿਯਮ ਨਿਭਾਈਏ, ਚੰਗੇ ਕਰਮ ਕਰੀਏ, ਸੱਚ ਦਾ ਸਾਥ ਦਈਏ, ਅਤੇ ਸੱਚ ਜਾਣਿਓ ਫਿਰ ਸਾਡਾ ਇਹ ਲਿਬਾਸ ਨਹੀਂ ਹੈ, ਇਹ ਸਾਡਾ ਭੇਖ ਨਹੀਂ ਹੈ, ਇਹ ਧਰਮ ਦੀਆਂ ਨਿਸ਼ਾਨੀਆਂ ਨੇ ਜਿਹਦੇ ਰਾਹੀਂ ਆਪਾਂ ਆਪਣੇ ਧਰਮ ਦੇ ਮਾਰਗ 'ਤੇ ਅੱਗੇ ਵੱਧਦੇ ਜਾ ਰਹੇ ਹਾਂ। ਅਤੇ ਸਤਿਗੁਰੂ ਕਹਿੰਦੇ ਧਰਮ ਦੇ ਨਿਮਿੱਤ ਅਨੇਕਾਂ ਪ੍ਰਕਾਰ ਦੇ ਭੇਖ ਨੇ। ਕਿਸੇ ਨੇ ਗੇਰੂ ਰੰਗ ਦੇ ਵਸਤਰ ਪਹਿਨ ਲਏ, ਕਿਸੇ ਨੇ ਕੁਝ ਪਹਿਨਣਾ ਕੀਤਾ, ਕਿਸੇ ਨੇ ਕੁਝ ਪਹਿਨਣਾ ਕੀਤਾ। ਕਹਿੰਦੇ ਇਹੋ ਜਿਹੇ ਭੇਖ ਧਾਰਨ ਕਰ ਲਏ। ਫਿਰ ਕਹਿੰਦੇ ਇੱਥੋਂ ਤੱਕ ਦੇਹੀ ਦੁੱਖ ਦੀਆ, ਦਈਆਂ ਨੂੰ ਦੁੱਖ ਦੇਣ ਲੱਗ ਪਏ। ਦੇਹੀ ਨੂੰ ਦੁੱਖ ਕਿਵੇਂ ਦਿੱਤਾ ਕਿ ਜੰਗਲਾਂ ਵਿੱਚ ਜਾ ਕੇ ਬੈਠ ਗਏ, ਪੁੱਠੇ ਲੰਮ ਕੇ ਭਜਨ ਬੰਦਗੀ ਕਰਨ ਲੱਗ ਪਏ, ਜਲ ਧਾਰੇ ਕਰਨ ਲੱਗ ਪਏ, ਇੱਕ ਲੱਤ ਭਾਰ ਦੇ ਖਲੋ ਕੇ ਇਸ ਤਰ੍ਹਾਂ ਬੰਦਗੀ ਕਰਨ ਲੱਗ ਪਏ। ਕਹਿੰਦੇ ਨਹੀਂ, ਇੰਝ ਮਨ ਕਾਬੂ ਨਹੀਂ ਆਉਣਾ, ਇਸ ਤਰ੍ਹਾਂ ਮਨ ਉੱਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ। ਅਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਭਾਈ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਹੈ। ਸੋਹਬੇ ਜੀਆ ਆਪਣਾ ਕੀਆ। ਕਹਿੰਦੇ ਗੱਲ ਇਹ ਹੈ, ਜੀਵ ਜੋ ਤੂੰ ਕਰਮ ਕਰ ਰਿਹਾ ਹੈ ਤੈਨੂੰ ਉਹ ਭੋਗਣਾ ਪਵੇਗਾ। ਭੇਖਾਂ ਦੇ ਰਾਹੀਂ, ਕਰਮ ਕਾਂਡ ਕਰਨ ਦੇ ਰਾਹੀਂ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਹੈ। ਰੱਬ ਦੀ ਪ੍ਰਾਪਤੀ ਕਰਨ ਦੇ ਲਈ ਤੈਨੂੰ ਆਪਣੇ ਮਨ ਨੂੰ ਸ਼ੁੱਧ ਕਰਨਾ ਪਵੇਗਾ, ਮਨ ਨੂੰ ਕੰਟਰੋਲ ਕਰਨਾ ਪਵੇਗਾ। ਜਦੋਂ ਮਨ ਤੇਰਾ ਵਸ ਵਿੱਚ ਆ ਗਿਆ ਅਤੇ ਉਦੋਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਅਤੇ ਮਨ ਨੂੰ ਕੰਟਰੋਲ ਕਰਨ ਲਈ ਗੁਰੂ ਸਰ ਇੱਕੋ ਇੱਕ ਤਰੀਕਾ ਵਾਹਿਗੁਰੂ ਦਾ ਨਾਮ ਅਤੇ ਸੇਵਾ ਸਿਮਰਨ। ਸੇਵਾ ਹੱਥਾਂ ਨਾਲ ਕਰੀਏ, ਮੁੱਖੋਂ ਆਪਾਂ ਵਾਹਿਗੁਰੂ ਆਖੀਏ, ਅਤੇ ਆਪਣੇ ਆਪ ਸਾਡਾ ਮਨ ਜਿਹੜਾ ਸੰਕਲਪਾਂ ਵਿਕਲਪਾਂ ਵਿੱਚ ਦੌੜ ਭੱਜ ਵੱਲੋਂ ਮਨ ਜਿਹੜਾ ਰੁਕ ਜਾਵੇਗਾ। ਜਿਵੇਂ ਘੋੜੇ ਨੂੰ ਕਾਬੂ ਕਰਨ ਦੇ ਲਈ ਘੋੜੇ ਦੀ ਲਗਾਮ ਖਿੱਚੀ ਜਾਂਦੀ ਨਾ, ਘੋੜੇ ਨੂੰ ਕਾਬੂ ਕਰਨਾ ਹੋਵੇ, ਘੋੜੇ ਦੀ ਲਗਾਮ ਖਿੱਚੀਏ ਅਤੇ ਘੋੜਾ ਭੱਜਿਆ ਹੋਇਆ ਘੋੜਾ ਰੁਕ ਜਾਂਦਾ ਹੈ। ਇਸੇ ਤਰ੍ਹਾਂ ਮਨ ਨੂੰ ਕਾਬੂ ਕਰਨ ਦੇ ਲਈ ਵੀ ਸਾਨੂੰ ਮਨ ਇੱਕ ਅੜੀਅਲ ਘੋੜੇ ਦੀ ਨਹੀਂ ਆਈ ਹੈ, ਚੰਚਲ ਘੋੜੇ ਦੀ ਨਹੀਂ ਆਈ। ਇਹਨੂੰ ਕਾਬੂ ਕਰਨ ਲਈ ਗੁਰੂ ਦੇ ਹੁਕਮ ਰੂਪੀ ਜਿਹੜੀ ਲਗਾਮ ਹੈ, ਸਤਿਗੁਰ ਦੀ ਬਾਣੀ ਸਿਮਰਨ, ਕਹਿੰਦੇ ਇਹ ਭਾਈ ਲਗਾਮ ਪਾਣੀ ਪੈਣੀ ਹੈ। ਜਦੋਂ ਆਪਾਂ ਵਾਰ-ਵਾਰ ਮਨ ਸ਼ੈਤਾਨੀਆਂ ਕਰੇਗਾ, ਵਾਰ-ਵਾਰ ਫਿਰ ਮਨ ਨੂੰ ਰੋਕਾਂਗੇ, ਸਤਿਗੁਰ ਦਾ ਸ਼ਬਦ ਦੀ ਟੇਕ ਲੈ ਕੇ, ਸਹਾਰਾ ਲੈ ਕੇ, ਅਤੇ ਆਪਣੇ ਆਪ ਹੌਲੀ ਹੌਲੀ ਇਹ ਜਿਹੜਾ ਚੰਚਲ ਘੋੜੇ ਦੀ ਨਹੀਂ, ਅੜੀਅਲ ਘੋੜੇ ਦੀ ਨਹੀਂ ਮਨ ਦੌੜਿਆ ਭੱਜਿਆ ਫਿਰਦਾ ਨਾ, ਕਹਿੰਦੇ ਫਿਰ ਆਪਣੇ ਆਪ ਫਿਰ ਮਨ ਜਿਹੜਾ ਹੈ ਕੇਂਦਰਿਤ ਹੋ ਜਾਵੇਗਾ। ਫਿਰ ਗੁਰੂ ਸਵਾਰੇ ਇਸ ਤਰ੍ਹਾਂ ਦੀ ਅਵਸਥਾ ਬਣੇਗੀ। ਅਤੇ ਸਤਿਗੁਰੂ ਕਹਿੰਦੇ ਨੇ ਫਿਰ ਅੱਗੇ ਹੋਰ ਕਰਮਕਾਂਡ ਜੀਵ ਕਰਦਾ ਹੈ। ਕਿਹੜੇ ਕਰਮ ਕਰਦਾ? ਅਤੇ ਸਤਿਗੁਰੂ ਅੱਗੇ ਬਚਨ ਕਰਦੇ ਹਨ, ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁੱਖ ਭਾ ਪਾਇਆ ਦੂਜਾ ਭਾਇਆ। ਕਹਿੰਦੇ ਕਈ ਐਸੇ ਵੀ ਹਨ ਜਿਹੜੇ ਪੌਣ ਆਹਾਰੀ ਬਣ ਜਾਂਦੇ, ਅੰਨ ਖਾਣਾ ਛੱਡ ਦਿੰਦੇ ਨੇ। ਸਰੀਰ ਨੂੰ ਚਲਾਉਣ ਵਾਸਤੇ ਇਹਦੀ ਖੁਰਾਕ ਹੈ ਮਨ, ਇਹ ਭੋਜਨ। ਭੋਜਨ ਤੋਂ ਬਿਨਾਂ ਸਾਡੇ ਸਰੀਰ ਦਾ ਨਿਰਵਾਹ ਨਹੀਂ ਹੈ। ਅਤੇ ਮਨ ਨੂੰ ਚਲਾਉਣ ਵਾਸਤੇ, ਮਨ ਨੂੰ ਕੰਟਰੋਲ ਕਰਨ ਲਈ ਇਹਦੀ ਖੁਰਾਕ ਹੈ, ਮਨ ਦੀ ਖੁਰਾਕ ਸਤਿਗੁਰੂ ਦੀ ਬਾਣੀ ਅਤੇ ਸਿਮਰਨ ਅਤੇ ਗੁਰੂ ਸਵਾਰਿਓ। ਅਤੇ ਸਤਿਗੁਰੂ ਕਹਿੰਦੇ ਕਈ ਇਹੋ ਜਿਹੇ ਲੋਕ ਨੇ ਅੰਨ ਖਾਣਾ ਛੱਡ ਦਿੰਦੇ ਨੇ, ਵਰਤ ਇਤਿਆਦਿਕ ਰੱਖਦੇ ਨੇ, ਅਤੇ ਸਤਿਗੁਰੂ ਕਹਿੰਦੇ ਨਹੀਂ ਭਾਈ, ਇਸ ਤਰ੍ਹਾਂ ਅੰਨ ਛੱਡਣ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਹੈ। ਇੱਥੋਂ ਤੱਕ ਪਾਤਸ਼ਾਹ ਨੇ ਉਹਨਾਂ ਇਸਤਰੀਆਂ ਲਈ ਇੱਥੋਂ ਗੁਰਬਾਣੀ ਵਿੱਚ ਆਖ ਦਿੱਤਾ, ਜਿਹੜੀਆਂ ਇਸਤਰੀਆਂ ਗੁਰੂ ਸਵਰੇ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਅਤੇ ਵਰਤ ਇਤਿਆਦਿਕ ਰੱਖਦੀਆਂ ਨੇ, ਅਤੇ ਪਾਤਸ਼ਾਹ ਕਹਿੰਦੇ ਨੇ ਛੋਡ ਹੈ ਅੰਨ ਕਰ ਹੈ ਪਖੰਡ, ਨਾ ਸੁਹਾਗਣ ਨਾ ਉਹੇ ਰੰਡ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਜਿਹੜੇ ਭੋਜਨ ਨੂੰ ਅੰਨ ਨੂੰ ਛੱਡ ਦਿੰਦੀਆਂ ਨੇ, ਕਹਿੰਦੇ ਨਾ ਉਹ ਸੁਹਾਗਵੰਤੀਆਂ ਵਿੱਚ ਆਉਂਦੀਆਂ, ਨਾ ਰੰਡੀਆਂ ਵਿੱਚ ਆਉਂਦੀਆਂ ਨੇ। ਇੱਥੋਂ ਤੱਕ ਗੁਰੂ ਪਾਤਸ਼ਾਹ ਨੇ ਇਹ ਵੀ ਕਹਿ ਦਿੱਤਾ, ਕਬੀਰ ਹਰਿ ਕਾ ਸਿਮਰਨ ਛਾੜ ਕੈ
ओ होई राखै नार, गदही होए कै अवतरै, भार सहै मन चार। ਕਹਿੰਦੇ ਹਰੀ ਪਰਮਾਤਮਾ ਦਾ ਸਿਮਰਨ ਛੱਡ, ਕਬੀਰ ਸਾਹਿਬਾਨ ਜੀ ਕਹਿ ਰਹੇ ਨੇ, ਹਰੀ ਵਾਹਿਗੁਰੂ ਦਾ ਸਿਮਰਨ ਛੱਡ ਕੇ ਕਹਿੰਦੇ ਉਹ ਹੋਈ ਮਾਤਾ ਦਾ ਵਰਤ ਇਤ ਯਾਦਕ ਰੱਖ ਲਵੇ। ਕਹਿੰਦੇ ਫਿਰ ਭਾਈ ਅੱਗੋਂ ਜੂਨ ਪਤਾ ਉਹਨੂੰ ਕਿਹੜੀ ਪ੍ਰਾਪਤ ਹੋਣੀ ਹੈ। ਗਦ ਹੀ ਹੋਏ ਕੈ ਅਵਤਰੈ, ਭਾਰ ਸਹਿ ਮਨ ਚਾ, ਉਹਦੀ ਸਵਾਰੀ ਹੈ ਖੋਤਾ ਹੀ। ਕਹਿੰਦੇ ਅੱਗੋਂ ਉਸ ਇਸਤਰੀ ਨੂੰ ਖੋਤੀ ਦੀ ਜੂਨ ਪ੍ਰਾਪਤ ਹੋਣੀ ਹੈ। ਗੁਰੂ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਕਹਿ ਰਹੇ ਨੇ, ਆਪਣੇ ਚਾਰ ਮਣ ਆਪਣੇ ਸੀਸ ਉੱਤੇ ਉਹ ਗੁਰੂ ਸਰ ਭਾਰ ਸਹਿਣ ਕਰੇਗੀ। ਫਿਰ ਇਸ ਕਰਕੇ ਸਤਿਗੁਰੂ ਕਹਿੰਦੇ ਨਹੀਂ ਭਾਈ ਅੰਨ ਨਹੀਂ ਛੱਡਣਾ, ਸਰੀਰ ਨੂੰ ਚਲਾਉਣ ਵਾਸਤੇ ਭੋਜਨ ਦੀ ਲੋੜ ਹੈ, ਇਸ ਕਰਕੇ ਅੰਨ ਨਾ ਖਾਇਆ। ਹਾਂ ਛੱਡਿਆ, ਵਰਤ ਰੱਖਿਆ ਸਾਡੇ ਸਿੱਖਾਂ ਨੇ, ਸਾਡੇ ਜਿਹੜੇ ਵੱਡੇ ਵਡੇਰੇ ਨੇ, ਸਿੰਘਾਂ ਨੇ, ਜਦੋਂ ਜੰਗਲਾਂ ਵਿੱਚ ਰਹਿੰਦੇ ਸੀ, ਸਿੰਘਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ, ਉਦੋਂ ਇੱਕ ਪ੍ਰਸ਼ਾਦਾ ਦੋ ਪ੍ਰਸ਼ਾਦੇ ਹੱਥ ਲੱਗਣੇ, ਬੁਰਕੀ ਬੁਰਕੀ ਸਾਰਿਆਂ ਨੇ ਵੰਡ ਲੈਣਾ, ਅਤੇ ਗੁਰੂ ਸਰ ਪੱਤੇ ਧੂ ਧੂ ਕੇ ਖਾਣਾ ਕੀਤੇ। ਉਹ ਸੀ ਅਸਲ ਵਰਤ ਉਹ ਸੀ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਕਲਗੀਧਰ ਪਾਤਸ਼ਾਹ 7 ਮਹੀਨੇ ਸਤਿਗੁਰੂ ਨੂੰ ਘੇਰਾ ਪਿਆ ਰਿਹਾ, ਰਾਸ਼ਨ ਪਾਣੀ ਸਭ ਕੁਝ ਬੰਦ ਕੀਤਾ, ਸਭ ਕੁਝ ਬੰਦ ਸੀ, ਅਤੇ ਉਦੋਂ ਸਿੰਘਾਂ ਨੇ ਵਰਤ ਰੱਖਿਆ ਗੁਰੂ ਸਵਾਰੇ। ਉਹ ਸੀ ਵਰਤ, ਮਜਬੂਰੀ ਪੈਣ 'ਤੇ ਖੁਰਾਕ ਨਹੀਂ ਮਿਲਦੀ ਸੀ, ਫਿਰ ਵੀ ਸਿੰਘ ਨਾਮ ਬਾਣੀ ਦੇ ਸਹਾਰੇ ਆਪਣੇ ਜੀਵਨ ਦਾ ਨਿਰਵਾਹ ਕਰ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਗੜ੍ਹੀ ਨੰਗਲ ਗੜ੍ਹੀ ਹੈ, ਇੱਥੇ ਬਾਬਾ ਜੀ ਗ੍ਰਿਫਤਾਰ ਹੋਏ ਸੀ, ਅਤੇ ਉੱਥੇ ਗੁਰੂ ਸਵਾਰੇ ਉੱਥੋਂ ਵੀ ਬਾਬਾ ਜੀ ਨੂੰ 6-7 ਮਹੀਨਿਆਂ ਦਾ ਘੇਰਾ ਪਿਆ। ਉਦੋਂ ਵੀ ਸਿੰਘ ਅੰਗੇ ਭੁੱਖੇ ਭਾਣੇ ਅੰਦਰ ਰਹੇ ਨੇ। ਅਸਲ ਵਰਤ ਗੁਰੂ ਸਰ ਇਹ ਸੀ। ਇਸ ਕਰਕੇ ਪਾਤਸ਼ਾਹ ਅੰਨ ਨਾ ਖਾਇਆ, ਕਹਿੰਦੇ ਅੰਨ ਨਹੀਂ ਖਾਣਾ ਕਿ ਸਾਧ ਗਵਾਇਆ, ਆਪਣੇ ਮੁੱਖ ਦਾ ਸਵਾਦ ਗਵਾ ਲਿਆ, ਬਹੁਤ ਦੁੱਖ ਪਾਇਆ, ਬੜੇ ਦੁੱਖ ਝੱਲਣ ਲੱਗ ਪਿਆ। ਦੂਜਾ ਭਾਇਆ ਕਹਿੰਦੇ ਇਸ ਤਰ੍ਹਾਂ ਦੁਬਦਾ ਵਿੱਚ ਹੀ ਫਸਿਆ ਰਿਹਾ। ਕਹਿੰਦੇ ਭਾਈ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ ਹੈ। ਆਪਣੇ ਸਰੀਰ ਨੂੰ ਇਸ ਤਰ੍ਹਾਂ ਕਸ਼ਟ ਦੇ ਕੇ ਉਹ ਰੱਬ ਨਹੀਂ ਮਿਲਣਾ ਹੈ। ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਮੋਨ ਬਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਕਹਿੰਦੇ ਕਈ ਇਹੋ ਜਿਹੇ ਲੋਕ ਨੇ ਨਾਂਗੇ ਬਣ ਕੇ ਸਰੀਰ ਉੱਤੇ ਬਸਤਰ ਪਹਿਨਣੇ ਛੱਡ ਦਿੱਤੇ, ਅਤੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਸਰੀਰ ਤਨ ਕੱਜਣ ਲਈ ਬਸਤਰ ਪਹਿਨਣਾ ਜ਼ਰੂਰੀ ਹੈ, ਨਾਂਗੇ ਨਹੀਂ ਰਹਿਣਾ। ਨੰਗੇ ਰਹਿਣ ਦੇ ਰਾਹੀਂ ਗੁਰੂ ਸਵਾਰਿਓ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਗੁਰਬਾਣੀ ਵਿੱਚ ਪਾਤਸ਼ਾਹ ਨੇ ਗੱਲ ਹੀ ਮੁਕਾ ਦਿੱਤੀ। ਕਹਿੰਦੇ ਜੇ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਨੰਗੇ ਫਿਰ ਕੇ ਪ੍ਰਾਪਤ ਕੀਤਾ ਜਾ ਸਕਦਾ, ਜੋਗੀ ਬਣਿਆ ਜਾ ਸਕਦਾ ਏ, ਕਹਿੰਦੇ ਫਿਰ ਜਿੰਨੇ ਵੀ ਬਣਾ ਵਿੱਚ ਜੰਗਲ ਵਿੱਚ ਰਹਿਣ ਵਾਲੇ ਜਿੰਨੇ ਮਿਰਗ ਇਤਿਆਦਿਕ ਨੇ, ਜਿੰਨੇ ਵੀ ਜਾਨਵਰ ਨੇ, ਕਹਿੰਦੇ ਉਹ ਮੁਕਤ ਕਿਉਂ ਨਹੀਂ ਹੋਏ ਭਾਈ। ਇਸ ਕਰਕੇ ਭਾਈ ਨੰਗੇ ਰਹਿਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਹੈ। ਕਹਿੰਦੇ ਇਹੋ ਜਿਹੇ ਲੋਕ ਜਿਹੜੇ ਬਸਤਰ ਨਹੀਂ ਪਹਿਨਦੇ, ਐਨ ਸਕਿਆ ਦਿਨ ਰਾਤ ਕਹਿੰਦੇ ਕੱਢਦੇ ਰਹਿੰਦੇ ਹਨ, ਅਤੇ ਮੋਨ ਬਿਗੂਤਾ, ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਬੋਲਣ ਵਾਸਤੇ। ਇਸ ਜ਼ੁਬਾਨ ਦੇ ਰਾਹੀਂ ਆਪਾਂ ਜਿੱਥੇ ਗੱਲਾਂ ਬਾਤਾਂ ਕਰਨੀਆਂ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਪਰ ਕਹਿੰਦੇ ਗੂੰਗਾ ਹੋ ਕੇ ਬੈਠ ਗਿਆ, ਗੂੰਗਾ ਬਣ ਗਿਆ। ਕਹਿੰਦੇ ਉਹਨੂੰ ਪੁੱਛ ਕੇ ਦੇਖੋ, ਗੂੰਗੇ ਨੂੰ ਪੁੱਛ ਕੇ ਦੇਖੋ ਕਿ ਬੋਲਣ ਦੀ ਕੀਮਤ ਕੀ ਹੈ। ਤੈਨੂੰ ਰੱਬ ਨੇ ਜ਼ੁਬਾਨ ਦਿੱਤੀ, ਤੂੰ ਬਹੁਤ ਚੰਗਾ ਭਲਾ ਬੋਲਦਾ ਏ, ਪਰ ਕਹਿੰਦੇ ਮੋਨੀ ਬਣ ਕੇ ਬੈਠ। ਮੋਨ ਰਹਿਓ ਕਰਪਾਤੀ ਫਿਰਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਇਸ ਤਰ੍ਹਾਂ ਦੁਬਦਾ ਨਹੀਂ ਦੂਰ ਹੋਣੀ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਤੇ ਪਾਤਸ਼ਾਹ ਕਹਿੰਦੇ ਨੇ ਕਿਉਂ ਜਾਗੈ ਗੁਰ ਬਿਨ ਸੂਤਾ। ਕਹਿੰਦੇ ਸੁੱਤਾ ਹੋਇਆ ਮਨ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਭਾਈ ਕਿਵੇਂ ਜਾਗ ਸਕਦਾ ਹੈ। ਗੁਰੂ ਜਗਾਉਣ ਵਾਲਾ ਹੈ। ਜਦੋਂ ਗੁਰੂ ਦੀ ਬਾਣੀ ਨਾਲ ਆਪਾਂ ਜੁੜਾਂਗੇ, ਸਤਿਗੁਰੂ ਸਿੱਖਿਆ ਨੂੰ ਚੱਲਾਂਗੇ, ਫਿਰ ਕਹਿੰਦੇ ਇਹ ਜਾਗ ਸਕਦਾ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਪੱਗ ਉੱਪੇ ਤਾਣਾ, ਪੱਗ ਦਾ ਅਰਥ ਹੈ ਪੈਰ। ਇਹ ਮਾਨੋ ਇੱਕ ਪੈਰ ਵਿੱਚ ਜੋੜਾ ਪਹਿਨਿਆ, ਇੱਕ 'ਚ ਨਹੀਂ ਪਹਿਨਿਆ, ਜਾਂ ਇੰਝ ਕਹਿ ਲਈਏ ਕਿ ਜਿਵੇਂ ਮਾਨੋ ਇੱਕ ਲੱਤ ਦੇ ਸਹਾਰੇ ਕਹਿੰਦੇ ਖਲੋ ਗਿਆ। ਇਸ ਤਰ੍ਹਾਂ ਕਹਿੰਦੇ ਨਹੀਂ,
इस तरह रब की प्राप्ति नहीं होनी है। अपना किया कमाना, अपना किया होया जीव तू कमा रहा है। अल मल खाई सिर छाई पाई। अल मल खाण तो भाव है वो पदार्थ खाने जिहदे राही मन विच विषय विकारां दा वाधा होवे, मन भटकना विच लग्या रहे। कहंदे इस तरह मानो वो जीव फिर जिवें सानू सतगुरु जी ने 36 प्रकार के पकवान दिते ने, जीव के स्वाद वास्ते गुरु सरे मनुख अनेकां जीवां दा घात करके खा रहा है। ये अपने सिर छाई पाई, अपने सिर उत्ते सुआह पा रहा है। मूर्ख अंधा पत गवाई। कहते इस तरह मूर्ख जीव है, अंधला है, ज्ञान रूपी नेत्र नहीं हानि दे कोल अपनी पत इज्जत गवाई हुई है। बिन नावै किछ थाए न पाई। परमात्मा के नाम तो बिना किते भी नूं ढोई नहीं मिलती है, थां नहीं मिलती है। रह बेबाणी मड़ी मसाणी। इस तरह कहते बेबाणा विच रहन लग पिया, भाव मड़ियां मसाणा की इत्यादक पूजा विच ही लग्या रहा। यही कर्म कांड करता रहा। अंध न जाणै फिर पछताणी। ये जीव इस्तरी अंधली हुई फिरदी है। इनू ये नहीं सोची, ये नहीं इन्हें अपने मन में विचार की कि साडे गुरु का हुक्म है कि जागत जोत जपै निसबासर। एक बिना मन नैक न आनै। पूर्ण प्रेम प्रीत सजा ब्रत। गोर मड़ी मठ भूल ना मानै। पर सारी उम्र गड़ी मड़ियां दी मठां दी पूजा करता रहा। अंत वेले कहते पछताउंदी है। सतगुर भेटे सो सुख पाए। जिन्हों सतगुरु मिल जाते ने फिर वो जीव सुख प्राप्त करता है। हर का नाम मन वसाए। सतगुरु की कृपा के राही ही हरि का नाम फिर मन विच जीव वसाउंदा है। नानक नदर करे सो पाए। नानक गुरु जी उचारण करते ने, जिहदे उत्ते उस मालक वाहिगुरू नदर करदा, मेहर करदा, वो नाम प्राप्त करता है। आस अंदेसे तेह ने केवल होमै शब्द जलाए। मन दियाँ आसां बुद्धि दियाँ मनसा इत्यादक इन्हां तो निह केवल वो रहत हो जाता, मुक्त हो जाता है। तो अपने अंदरों गुरु के शब्द राही जिहड़ी होम है ना, होमै नूं जला दिंदा, साड़ दिंदा है। पौड़ी भगत तेरा मन भाव दे। दर सोहन कीरत गाव दे। हे प्रभु जिहड़े तेरे भगत हन वो तेरे मन नूं बड़े भाउंदे हन। किहड़े ने? जिहड़े तेरे दर ते हर समय तेरी कीर्ति करते हैं, वडियाई करते हैं। वो सोभनीकों तैनूं बड़े सोहणे लगते हैं। नानक कर्मा बाहरे दर ढो न लहणी धाव दे। पर सतगुरु कहते ने, गुरु जी उचारण करते हैं कर्मां तो बाहरे हैं, जिहड़े चंगे कर्म नहीं हैं, जिहड़े गुरु नहीं मिलता। कहते फिर इस तरह उन्होंने संसार में ढोई नहीं मिल, इस लोक ढोई मिलती है ना परलोक च ढोई मिलती। इस तरह वो धाव दे दौड़े भज्जे रहते, उन्होंने दौड़ भज खत्म नहीं होंदी है। एक मूल न बुझण अपना अणहोंदा आप गणाए दे। कहते एक जीव ऐसा है जिहड़े अपने मूल नूं नहीं बुझदे, अपने आप नूं जाणदे कि मैं की हाँ, कित्थों आया, काहदे लई आया हाँ। कहते इस तरह अणहोंदा आप गणाएंदा गणाए दे। अपने आप नूं कहते अणहोंदा गणा रहे, भाव अपने उपर ही मान करी जा रहा, अपने गुणां दा ही मान हंकार करी जा रहा है। हो ढाडी का नीच जात और उत्तम जात सदाए दे। हो सतगुरु कहते हो मैं ढाडी का नीच जात, नीवीं जात विचों मन परमात्मा मैं तेरे दर दा एक ढाडी हाँ। मैं एक ढाडी हाँ तेरा जस गाण वाला। ਜਿਹੜੇ बाकी होर ने सारे होर उत्तम जात सदाएंदे अपने आप ਨੂੰ ਉੱਚੀ ਜਾਤ ਵਾਲਾ ਸਤਾਉਂਦੇ ਹਨ। ਕਹਿੰਦੇ ਅਸੀਂ ਉੱਚੀ ਜਾਤ ਦੇ ਅਭਿਮਾਨੀ ਹਨ। ਤਿੰਨ ਮੰਗਾ ਜੇ ਤੁਝੈ ਧਿਆਏਂਦੇ। हे ਵਾਹਿਗੁਰੂ मैं तेरे दर तो एक ही अरदास अरजोई बेनती करदा हाँ। मैं उन्हां दी मंग तेरे पासों कर रहा, उन्हां दी संगत तेरे पासों मंगदा हाँ, ਜਿਹੜੇ ਤੈਨੂੰ ਧਿਆਉਂਦੇ ਹਨ, तेरा सिमरन करते हैं। मेरे मालक जी कृपा करके मैनू उन्हां दी संगत बख्शना करो। ये गुरु सवारे पातशाह ने साडे उत्ते